स्टूडेंट्स CP 2025-26 क्लास 9 सबजैक्ट मैथमैटिक्स की वर्कशीट सैकेंड अज आप करन जा रहे हैं। ਇਹਦੇ ਵਿੱਚ ਬੇਟਾ ਜਿਹੜੀ ਕੰਪੀਟੈਂਸੀ ਯੂਜ਼ ਕੀਤੀ ਗਈ ਉਹ ਹੈ 4.1 ਜਿਹਦੇ ਵਿੱਚ ਆਪਾਂ ਕੌਂਗਰੂਐਂਸ ਯਾਨੀ ਕਿ ਸਰਬੰਗ ਸਮਤਾ ਬਾਰੇ ਪੜਾਂਗੇ, ਸਪੈਸ਼ਲੀ ਜਿਹੜੀ ਕਿ 2D ਜਿਓਮੈਟ੍ਰੀਕਲ ਸ਼ੇਪਸ ਹੁੰਦੀਆਂ ਜਿਵੇਂ ਕਿ ਐਂਗਲਸ ਹੋਗੇ, ਟ੍ਰਾਇੰਗਲਸ ਹੋਗੇ, ਔਰ ਆਪਾਂ ਇਹਦੇ ਰਿਲੇਟਡ ਹੀ ਕੁਐਸਚਨਸ ਕਰਾਂਗੇ। ਨਾਲ ਨਾਲ ਮੈਂ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਵਰਕਸ਼ੀਟ ਨੂੰ ਕਵਰ ਕਰਾਂਗੀ। ਤਾਂ ਸ਼ੁਰੂ ਕਰਦੇ ਆਪਾਂ ਪਹਿਲਾ ਕੁਐਸਚਨ। ਦਿੱਤੇ ਗਏ ਚਿੱਤਰ ਦੇ ਵਿੱਚ ਵਰਗ ABCD ਸਰਬੰਗ ਸਮ ਕੌਂਗਰੂਐਂਟ ਹੈ ਵਰਗ PQRS ਦੇ। ਜੇਕਰ AB 4 ਸੈਂਟੀਮੀਟਰ ਹੈ, ਆ AB 4 ਸੈਂਟੀਮੀਟਰ ਦੇ ਰੱਖਿਆ ਹੈ, ਤਾਂ QR ਕਿੰਨਾ ਹੋਵੇਗਾ? ਤਾਂ ਤੁਸੀਂ ਦੇਖੋ ਬੇਟਾ AB ਭੁਜਾ 4 ਸੈਂਟੀਮੀਟਰ ਹੈ। ਪਹਿਲੀ ਗੱਲ ਤਾਂ ਇਹ ਵਰਗ ਹੈ, ਕਿਉਂਕਿ ਇਹ ਸਕੁਆਇਰ ਹੈ ਤਾਂ ਸਾਰੀ ਸਾਈਡਸ ਦੀ ਜਿਹੜੀਆਂ 4 ਸੈਂਟੀਮੀਟਰਸ ਹੋਣਗੀਆਂ। ਆ ਵੀ 4 ਹੋਗੀ, ਇੱਧਰ ਵੀ ਆ ਵਾਲਾ ਵੀ ਆਪਣੇ ਕੋਲ ਸਕੁਆਇਰ 4 ਸੈਂਟੀਮੀਟਰ ਸਾਈਡ ਦਾ ਹੀ ਹੋਵੇਗਾ। ਤਾਂ ਕੋਈ ਵੀ ਸਾਈਡ ਚਾਹੇ ਪੁੱਛੀ ਹੋਵੇ, ਜਿਵੇਂ ਕਿ ਇਹਨੇ QR ਪੁੱਛੀ ਹੈ, ਤਾਂ ਉਹਦਾ ਆਨਸਰ ਕਿੰਨਾ ਆਏਗਾ? 4 ਸੈਂਟੀਮੀਟਰ ਹੀ ਆਏਗਾ। ਕੁਐਸਚਨ ਨੰਬਰ 2, ਦਿੱਤੇ ਗਏ ਚਿੱਤਰ ਦੇ ਵਿੱਚ AE DB ਦੇ ਬਰਾਬਰ ਹੈ, ਆ ਵਾਲੀ ਭੁਜਾ ਦੇ ਬਰਾਬਰ ਹੈ, CB EF ਦੇ ਬਰਾਬਰ ਹੈ, और कोण B और कोण E बराबर है। कोण B और कोण E बराबर ने, ਤਾਂ ਇਹਨਾਂ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ? ਪਹਿਲਾਂ ਤਾਂ ਆਪਾਂ ਬੇਟਾ ਇਹ ਦੇਖਣਾ ਪੈਣਾ ਕਿ ਆਪਾਂ ਨੂੰ ਇੱਥੇ ABC ਟ੍ਰਾਇੰਗਲ ਨੂੰ, ਇਸ ਟ੍ਰਾਇੰਗਲ ਨੂੰ ਕੌਂਗਰੂਐਂਟ ਪ੍ਰੂਵ ਕੀਤਾ ਗਿਆ ਉੱਪਰ ਵਾਲੀ ਟ੍ਰਾਇੰਗਲ ਦੇ ਨਾਲ, ਬਟ ਕਿਸ ਆਰਡਰ ਦੇ ਵਿੱਚ ਕੀਤਾ ਗਿਆ ਉਹਦਾ ਕ੍ਰਮ ਦੇਖਣਾ ਪੈਣਾ, ਕਿਹੜਾ ਐਂਗਲ ਕਿਹਦੇ ਨਾਲ ਹੈ। ਸੋ ਕੌਂਗਰੂਐਂਸੀ ਫਸਟ ਆਪਾਂ ਨੂੰ ਪ੍ਰੂਵ ਕਰਨੀ ਪੈਣੀ ਹੈ। ਮੈਂ ਇੱਥੇ ਫਿਗਰ ਡਰਾ ਕੀਤੀ ਹੋਈ ਹੈ, ਇੱਥੋਂ ਆਪਾਂ ਸਟੱਡੀ ਕਰ ਲੈਂਦੇ ਇਹਨੂੰ। ਸੋ AE ਸਾਈਡ ਜੇ ਹੈ, AE ਸਾਈਡ ਮੈਨੂੰ BD ਸਾਈਡ ਦੇ ਇਕੁਅਲ ਦੇ ਰੱਖੀ ਹੈ। ਦੋਨਾਂ ਦੇ ਵਿੱਚ ਆਪਾਂ EB ਨੂੰ ਐਡ ਕਰ ਲਾਂਗੇ, EB ਨੂੰ ਐਡ ਕਰ ਲਾਂਗੇ। ਸੋ ਮੇਰੇ ਕੋਲ ਸਾਈਡ ਬਣ ਜਾਂਦੀ ਪੂਰੀ ਦੀ ਪੂਰੀ AB ਭੁਜਾ DE ਭੁਜਾ ਦੇ ਬਰਾਬਰ ਹੋ ਗਈ ਹੈ। ਸੋ ਇਹ ਦੋ ਟ੍ਰਾਇੰਗਲਸ ਦੇ ਵਿੱਚ ਇੱਕ ਸਾਈਡ ਤਾਂ ਆਪਸ ਵਿੱਚ ਇਕੁਅਲ ਆ ਗਈ। ਸੈਕਿੰਡ ਸਾਈਡ ਮੈਨੂੰ BC ਔਰ EF ਇਹ ਦੇ ਹੀ ਰੱਖੀ ਸੀਗੀ, ਦੋ ਸਾਈਡਸ ਦੇ ਰੱਖੀਆਂ ਸੀਗੀਆਂ, और इंक्लूडिंग एंगल एक दे रखा सी, एंगल E और एंगल B। सो अगर आप एंगल्स के नाम लिखिए ABC ट्रायंगल और इधरों ट्रायंगल, हुण B की थां ते मैनूं की लिखना पैना? E, यानी कि E जिहड़ा सेंटर दे विच आवेगा। AB साइड DE दे बराबर है। सो AB दे आपां नूं इत्थे की आ जाएगा DE और इत्थे की आ जाएगा F। BC साइड EF दे बराबर है। सो आ कॉन्ग्रुएंसी मेरी बन गई ABC DEF दे कॉन्ग्रुएंट है। सो फर्स्ट ऑप्शन इज द राइट ऑप्शन। क्वेश्चन नंबर 3 तुसी बेटा नाल नाल इंग्लिश दे विच देख ही रहे होंगे। हेठ लिखिया विचों किहड़ा त्रिकोणां दी सरबंग समता लई मापदंड नहीं है? विच ऑफ द फॉलोइंग इज नॉट अ क्राइटेरिया फॉर कॉन्ग्रुएंसी ऑफ टू ट्रायंगल्स। हुण बेटा अपने कोल रूल्स किहड़े-किहड़े हुंदे कॉन्ग्रुएंसी दे? एक हुंदा साइड, फिर साइड एंगल साइड भुजा कोण भुजा, एंगल साइड एंगल कोण भुजा कोण, और उस तो बाद हुंदा है RHS राइट एंगल हाइपोटेन्यूज ते एक साइड। ते इहदे विचों किहड़ा नहीं है अपने कोल? एंगल साइड, ये वाला मापदंड नहीं है। क्वेश्चन नंबर 4 दो आकृतियां सरबंग सम होणगीਆਂ जेकर उन्हां दे डैश बराबर होणगे। टू फिगर्स आर सेड टू बी कॉन्ग्रुएंट इफ दे हैव एग्जैक्टली द सेम। ਤਾਂ ਕੌਂਗਰੂਐਂਸੀ ਦਾ ਮਤਲਬ ਕੀ ਹੁੰਦਾ ਬੇਟਾ? ਆਕਾਰ, ਯਾਨੀ ਕਿ ਉਹਦੀ ਸ਼ੇਪ, ਔਰ ਦਾ ਮੇਜਰਮੈਂਟ ਹੋਣ, ਉਹਦੀ ਸਾਈਡਸ ਹੋਣਗੀਆਂ, ਔਰ ਸਰਕਲ ਦੇ ਕੇਸ ਦੇ ਵਿੱਚ ਉਹਦੀ ਰੇਡੀਅਸ ਹੁੰਦੀ ਹੈ। ਸੋ ਮਾਪ ਔਰ ਆਕਾਰ ਦੋਨੋਂ ਹੀ ਸੇਮ ਹੋਣੇ ਚਾਹੀਦੇ ਨੇ, that is shape and size। ਸੋ ਸੈਕੰਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 5 ਟ੍ਰਾਇੰਗਲ ABC PQR ਦੇ ਵਿੱਚ ਐਂਗਲ A 40 C 60 BC 7 P 60 Q 40 RP 7 ਸੈਂਟੀਮੀਟਰ ਦੇ ਰੱਖਿਆ ਹੈ। ਇਹਨੂੰ ਬੇਟਾ ਸਟੱਡੀ ਕਰਕੇ ਮੈਂ ਇੱਥੇ ਫਿਗਰ ਡਰਾ ਕੀਤੀ ਹੋਈ ਹੈ। ਸੋ ਆ ਹੈ ਆਪਣੇ ਕੋਲ ਐਂਗਲ A ਗਿਵਨ ਸੀਗਾ 40, ਐਂਗਲ C ਗਿਵਨ ਸੀਗਾ 60, ਔਰ ਐਂਗਲ B ਜੋ ਹੈ ਮੈਂ ਉਹ ਫਾਈਂਡ ਆਊਟ ਕਰ ਲਿਆ 80 ਡਿਗਰੀ ਆ ਗਿਆ। ਉਹ ਤੋਂ ਬਾਅਦ BC 7 ਸੈਂਟੀਮੀਟਰ ਦੇ ਰੱਖਿਆ ਹੈ, PR 7 ਸੈਂਟੀਮੀਟਰ ਦੇ ਰੱਖਿਆ ਹੈ। ठीक है, एंगल A जो है Q ਦੇ ਬਰਾਬਰ ਹੀ ਸੀਗਾ 40 ਸੈਂਟੀਮੀਟਰ ਦੇ ਰੱਖਿਆ ਹੈ, C जो है वो P ਦੇ ਬਰਾਬਰ ਹੈ 40 ਸੈਂਟੀਮੀਟਰ ਦੇ ਰੱਖਿਆ ਹੈ। देयरफॉर एंगल R जो है ਉਹ ਹੁਣ ਦੋ ਐਂਗਲਸ ਇੱਥੇ ਬਰਾਬਰ ਨੇ। ਇੱਥੇ ਵੀ ਦੇਖੀਏ ਤਾਂ ਤੀਸਰਾ ਐਂਗਲ ਕਿੰਨਾ ਆ ਜਾਏਗਾ ਮੇਰੇ ਕੋਲ? 80 ਡਿਗਰੀ ਆ ਜਾਏਗਾ। ਹੁਣ ਕੁਐਸਚਨ ਵਿੱਚ ਇਹ ਕਹਿ ਰਿਹਾ ਹੈ ਤਾਂ ਇਹਨਾਂ ਵਿੱਚੋਂ ABC
ਕਿਹਦੇ ਕੌਂਗਰੂਐਂਟ ਹੋਏਗਾ। ਬੇਟਾ ਕੌਂਗਰੂਐਂਸੀ ਦੇ ਵਿੱਚ ਐਕਚੁਅਲੀ ਆਰਡਰ ਬਹੁਤ ਮੈਟਰ ਕਰਦਾ ਵੀ ਤੁਸੀਂ ਕਿਸ ਆਰਡਰ ਦੇ ਵਿੱਚ ਪੁਆਇੰਟਸ ਨੂੰ ਲਿਖ ਰਹੇ ਹੋ, ਉਹੀ ਅਸਲੀ ਕੌਂਗਰੂਐਂਸੀ ਹੁੰਦੀ ਹੈ। ਸੋ ਅਗਰ ਆਪਾਂ ਦੇਖੀਏ ਤਾਂ ਮੇਰੇ ਕੋਲ ਇੱਥੇ ਐਂਗਲ A ਜੋ ਹੈ ਉਹ ਆ ਰਿਹਾ ਹੈ ਐਂਗਲ Q ਦੇ ਬਰਾਬਰ, ਐਂਗਲ B ਇਜ਼ ਇਕੁਅਲ ਟੂ ਐਂਗਲ R, ਐਂਗਲ P ਇਜ਼ ਇਕੁਅਲ ਟੂ ਐਂਗਲ C। ਸੋ ਸੌਰੀ ਇੱਥੇ C ਲਿਖਣਾ ਸੀ, C ਇੱਥੇ R ਦੇ ਬਰਾਬਰ, C P ਦੇ ਬਰਾਬਰ ਹੈ। ਸੋ ABC is congruent to triangle QRP। ਸੋ ਇੱਥੇ ਆਪਾਂ ਆਪਸ਼ਨ ਦੇਖ ਲੈਂਦੇ ਹਾਂ, QRP ਸੈਕਿੰਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 6, ABC ਅਤੇ DEF ਦੋ ਟ੍ਰਾਇੰਗਲਸ ਨੇ, ਐਂਗਲ A ਐਂਗਲ D ਇਕੁਅਲ ਹੈ, AB FD ਦੇ ਬਰਾਬਰ ਹੈ, ਤਾਂ ਇਹਨਾਂ ਦੋਨੋਂ ਤ੍ਰਿਭੁਜਾਂ SOS ਮਾਪਦੰਡ ਅਨੁਸਾਰ ਸਰਬੰਗਸਮ ਕਦੋਂ ਹੋਣਗੀਆਂ। Then these two triangles will be congruent by SAS axiom if SAS ਲਾਗੂ ਹੋਣ ਦੇ ਲਈ ਇੱਕ ਮੇਰੇ ਕੋਲ ਸਾਈਡ ਹੋਣੀ ਚਾਹੀਦੀ ਹੈ, ਇੱਕ ਐਂਗਲ ਹੋਣਾ ਚਾਹੀਦਾ, ਔਰ ਇਸ ਐਂਗਲ ਦੇ ਨੈਕਸਟ ਹੀ ਸਾਈਡ ਹੋਣੀ ਚਾਹੀਦੀ ਹੈ, ਯਾਨੀ ਕਿ ਦੋ ਸਾਈਡ ਦੇ ਵਿੱਚ ਇੱਕ ਐਂਗਲ ਹੋਣਾ ਚਾਹੀਦਾ ਹੈ। ਤਾਂ ਆਪਾਂ ABC ਆ ਬਣਾ ਲਿਆ ABC, ਆ A ਐਂਗਲ ਜੋ ਹੈ ਉਹ ਮੈਨੂੰ D ਦੇ ਬਰਾਬਰ ਦੇ ਰੱਖਿਆ, ਸੋ ਮੈਂ ਉੱਪਰ A ਬਣਾਇਆ ਤਾਂ ਉੱਪਰਲੀ ਵਰਟੈਕਸ ਤੇ ਮੈਂ D ਬਣਾ ਲਿਆ। AB ਸਾਈਡ ਜੋ ਹੈ ਉਹ DF ਦੇ ਬਰਾਬਰ ਦੇ ਰੱਖੀ ਹੈ, ਸੋ AB ਔਰ DF ਆਰਡਰ ਚ ਬਣਾ ਲਿਆ, ਇਧਰੋਂ C ਬਚ ਗਿਆ, ਇਧਰੋਂ E ਬਚ ਗਿਆ, ਇਸੇ ਆਰਡਰ ਦੇ ਵਿੱਚ ਲਿਖ ਲਏ। ਹੁਣ ਆ ਸਾਈਡ ਔਰ ਆ ਐਂਗਲ SA ਔਰ ਅਗਲੀ ਸਾਈਡ ਹੋਏਗੀ AC, ਸੋ AC ਨੂੰ DE ਦੇ ਬਰਾਬਰ ਹੋਣਾ ਪਏਗਾ। AC is equal to DE, our first option is the right option. Question number 7, if ABC is congruent to DEF, angle A 60, angle B 50, AB 8 ਦੇ ਰੱਖਿਆ ਹੈ, ਤਾਂ F ਐਂਗਲ ਕਿੰਨਾ ਹੋਵੇਗਾ। ਲੈਟ ਅਸ ਡਰਾ ਦਾ ਫਿਗਰ। ਤਾਂ ਅਗਰ ਇਹ ਦੋਨੋਂ ਟ੍ਰਾਇੰਗਲਸ ਕੌਂਗਰੂਐਂਟ ਨੇ ਤਾਂ A D ਦੇ ਬਰਾਬਰ ਹੈ, B E ਦੇ ਬਰਾਬਰ ਹੈ, ਔਰ C ਐਂਗਲ ਜੋ ਹੈ ਉਹ ਐਂਗਲ F ਦੇ ਬਰਾਬਰ ਹੋਏਗਾ। ਸੋ 50 ਔਰ 60 ਇਹਨਾਂ ਦੋਨਾਂ ਨੂੰ ਐਡ ਕਰਾਂਗੇ ਤਾਂ 110 ਆ ਗਿਆ ਆਪਣੇ ਕੋਲ। ਦੈਟ ਮੀਨਸ ਇਹ ਮੇਰੇ ਕੋਲ 70 ਡਿਗਰੀ ਬਣ ਗਿਆ ਬਾਈ ਐਂਗਲ ਸਮ ਪ੍ਰੋਪਰਟੀ। 180 ਵਿੱਚੋਂ ਮਾਈਨਸ ਕਰ ਲਿਆ ਤਾਂ ਐਂਗਲ F ਕਿੰਨਾ ਆ ਗਿਆ ਮੇਰੇ ਕੋਲ 70 ਡਿਗਰੀ ਆ ਗਿਆ। ਇਹਦੇ ਵਿੱਚ ਭੁਜਾ AB ਦਾ ਕੋਈ ਕੰਮ ਸੀਗਾ ਨਹੀਂ, ਸੋ ਕਿਹੜਾ ਆਪਸ਼ਨ ਸਹੀ ਹੈ। C ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 8 ਵੱਲ ਚੱਲਦੇ ਹਾਂ ਆਪਾਂ। क्वेश्चन नंबर 8 की SSS ਸਰਬੰਗ ਸਮਤਾ ਨਿਯਮ ਦੁਆਰਾ ਜੇਕਰ ਟ੍ਰਾਇੰਗਲ ABCDEF ਦੇ ਸਰਬੰਗ ਸਮ ਹੈ ਤਾਂ ਕਿਹੜਾ ਕੋਣ ਆਪਸ ਵਿੱਚ ਬਰਾਬਰ ਹੋਵੇਗਾ। ABC is congruent to DEF by SS congruence, then ਦੇਖੋ ਬੇਟਾ ਕੌਂਗਰੂਐਂਸੀ ਦੇ ਵਿੱਚ ਸਰਬੰਗ ਸਮਤਾ ਦੇ ਵਿੱਚ ਤਿੰਨੋਂ ਕੋਣ ਬਰਾਬਰ ਹੋਣਗੇ, AD ਦੇ, BE ਦੇ, CF ਦੇ, ਔਰ ਤਿੰਨੋਂ ਭੁਜਾਵਾਂ ਵੀ ਬਰਾਬਰ ਹੋਣਗੀਆਂ। ਸੋ ਇੱਥੇ ਆਪਾਂ ਨੂੰ ਦੇ ਹੀ ਰੱਖਿਆ ਤਿੰਨੋਂ ਕੋਣ ਬਰਾਬਰ ਹੈ, ਤਾਂ ਫੋਰਥ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 9, ਦਿੱਤੇ ਹੋਏ ਚਿੱਤਰ ਦੇ ਵਿੱਚ PM ਪਤਾ ਕਰੋ। ਹੁਣ ਇਹ ਦੋ ਟ੍ਰਾਇੰਗਲਸ ਨੂੰ ਪਹਿਲੀ ਗੱਲ ਤਾਂ ਆਪਾਂ ਨੂੰ ਕੌਂਗਰੂਐਂਟ ਪ੍ਰੂਵ ਕਰਨਾ ਪਏਗਾ, ਫਿਰ ਆਪਾਂ ਨੂੰ ਪਤਾ ਲੱਗੇਗਾ ਕਿ PM ਕਿੰਨੀ ਲੈਂਥ ਦਾ ਹੋਵੇਗਾ। ਬੇਟਾ LP ਜੋ ਹੈ ਉਹ ਤੁਹਾਨੂੰ ਇੱਥੇ 90 ਡਿਗਰੀ ਦਾ ਐਂਗਲ ਦੇ ਰੱਖਿਆ ਹੈ। ਦੈਟ ਮੀਨਸ 5 ਜਿਹੜੀ ਹੈ ਉਹ ਕਿੰਨੀ ਹੋ ਜਾਏਗੀ, ਹਾਈਪੋਟਨਿਊਜ਼ ਕਰੰਟ ਹੋ ਜਾਏਗਾ। ਆ ਆਪਣੇ ਕੋਲ ਆ ਗਿਆ ਲੰਬ, 5 3 ਤੇ 4 ਪਾਈਥਾਗੋਰੀਅਨ ਤ੍ਰਿਗੁਟ ਬਣਾਉਂਦੇ ਹੀ ਬਣਾਉਂਦੇ ਆ, ਤਾਂ ਤੁਸੀਂ 5 ਸਕੁਆਇਰ ਦੇ ਵਿੱਚੋਂ 3 ਸਕੁਆਇਰ ਨੂੰ ਮਾਈਨਸ ਕਰੋਗੇ ਤਾਂ ਕਿੰਨਾ ਆ ਜਾਏਗਾ, LP ਦਾ ਸਕੁਆਇਰ ਆ ਜਾਏਗਾ। ਠੀਕ ਹੈ, ਕਿਹੜਾ ਫਾਰਮੂਲਾ ਲਗਾਇਆ ਮੈਂ, ਹਾਈਪੋਟਨਿਊਜ਼ ਸਕੁਆਇਰ ਇਜ਼ ਇਕੁਅਲਸ ਟੂ ਪਰਪੈਂਡੀਕੂਲਰ ਸਕੁਆਇਰ ਪਲਸ ਬੇਸ ਸਕੁਆਇਰ, ਯਾਨੀ ਕਿ ਲੰਬ ਦਾ ਸਕੁਆਇਰ ਪਲਸ ਆਧਾਰ ਦਾ ਸਕੁਆਇਰ ਕਿਹਦੇ ਬਰਾਬਰ ਹੁੰਦਾ ਹੈ, ਕਰਨ ਦੇ ਸਕੁਆਇਰ। ਠੀਕ ਹੈ, ਤਾਂ ਆਪਾਂ ਨੂੰ ਸੋਲਵ ਕੀਤਾ, 25 ਵਿੱਚੋਂ 9 ਜਾਣਗੇ ਕਿੰਨਾ ਆ ਜਾਊਗਾ 16, 16 ਦਾ ਆਪਾਂ ਰੂਟ ਲੈ ਲਾਂਗੇ, LP ਆ ਜਾਏਗਾ ਤਾਂ ਆ ਗਿਆ ਮੇਰੇ ਕੋਲ 4 ਸੈਂਟੀਮੀਟਰ। ਇਹ ਤਾਂ ਆ ਗਿਆ। ਹੁਣ ਇਹ ਦੋਨੋਂ ਟ੍ਰਾਇੰਗਲਸ ਜਦੋਂ ਆਪਾਂ ਕੌਂਗਰੂਐਂਟ ਪ੍ਰੂਵ ਕਰਾਂਗੇ ਤਾਂ PM ਔਰ LP ਬਰਾਬਰ ਹੋਣਗੇ, ਬਟ ਉਹ ਕੌਂਗਰੂਐਂਟ ਕਿਵੇਂ ਪ੍ਰੂਵ ਹੋਣਗੇ ਉਹ ਦੇਖ ਲੈਂਦੇ ਆ। OP ਔਰ OP ਭੁਜਾ ਆਪਸ ਵਿੱਚ ਬਰਾਬਰ ਨੇ, ਕਾਮਨ ਆ ਗਈਆਂ ਦੋਨੋਂ ਟ੍ਰਾਇੰਗਲਸ ਦੇ ਵਿੱਚ। ਇਸ ਟ੍ਰਾਇੰਗਲ ਦੇ ਵਿੱਚ ਆ ਦੇਖੋ ਆ ਐਂਗਲ ਬਰਾਬਰ ਆ ਗਿਆ, ਐਂਗਲ 1 ਐਂਡ 2, ਐਂਗਲ 1 ਐਂਡ ਐਂਗਲ 2 ਆਪਾਂ ਬਰਾਬਰ ਲੈ ਲੈਂਦੇ ਆ। ਸੋ ਭੁਜਾ ਕੋਣ ਔਰ ਇੱਕ ਹੋਰ ਮੇਰੇ ਕੋਲ ਕੋਣ ਬਰਾਬਰ ਹੈ, ਕਿਉਂਕਿ ਐਂਗਲ M ਜੋ ਹੈ ਉਹ ਕਿਹਦੇ ਬਰਾਬਰ ਆ ਗਿਆ, ਐਂਗਲ L ਦੇ, ਦੋਨੋਂ ਹੀ 90 ਡਿਗਰੀ ਆ ਗਏ। ਸੋ ਐਂਗਲ ਸਾਈਡ, ਬਟ ਆਪਣੇ ਫਾਰਮੂਲਾ ਕੀ ਲੱਗਦਾ ਹੁੰਦਾ, ਐਂਗਲ ਸਾਈਡ ਐਂਗਲ। ਬਟ ਅਗਰ ਦੋ ਐਂਗਲਸ ਬਰਾਬਰ ਨੇ ਬੇਟੇ
ਤਾਂ ਆ ਤੀਸਰਾ ਐਂਗਲ ਵੀ ਬਰਾਬਰ ਹੋਵੇਗਾ, ਤੀਸਰਾ ਐਂਗਲ ਵੀ ਬਰਾਬਰ ਹੋਵੇਗਾ। ਸੋ ਇੱਥੇ ਥਿਓਰਮ ਇਹੀ ਲੱਗ ਜਾਏਗੀ कि एंगल साइड एंड एंगल, ठीक है। सो दोनों ट्रायंगल्स की हो गया, कॉन्ग्रुएंट हो गया। किस नेम तो कॉन्ग्रुएंट हो गया बेटा? ओ एल पी इज कॉन्ग्रुएंट टू ओ एम पी, ठीक है। देयरफॉर जो एल पी है वो एम पी दे बराबर हो जाएगी और एम पी भी कितनी आ जाएगी मेरे को 4 सेंटीमीटर्स। क्वेश्चन नंबर 10 ਦਿੱਤੀ ਹੋਈ ਚਿੱਤਰ ਦੇ ਵਿੱਚ AD ਮੱਧਿਕਾ ਹੈ ਤਾਂ ਐਂਗਲ BAD ਪਤਾ ਕਰੋ। ਮੱਧਿਕਾ ਦਾ ਮਤਲਬ ਕੀ ਹੁੰਦਾ ਬੇਟਾ? AD ਕੀ ਹੈ? ਮੀਡੀਅਨ ਹੈ ਔਰ ਮੈਂ ਪਤਾ ਕਰਨਾ ਹੈ BAD। ਆਹ ਵਾਲਾ ਐਂਗਲ ਆਪਾਂ ਪਤਾ ਕਰਨਾ ਚਾਹੁੰਦੇ ਹਾਂ। ਦੇਖੋ ਇੱਥੇ ਦੋ ਚੀਜ਼ਾਂ ਬੜੀ ਕਲੀਅਰਲੀ ਦੇ ਰੱਖੀਆਂ ਨੇ। ਪਹਿਲੀ ਗੱਲ ਤਾਂ ਐਂਗਲ B 35 ਦੇ ਰੱਖਿਆ ਹੈ, ਠੀਕ ਹੈ, ਔਰ ਆ ਦੋਨੋਂ ਸਾਈਡਸ ਵੀ ਬਰਾबर ਦੇ ਰੱਖੀਆਂ ਨੇ। AD मीडियन है ना, तो ये मिड पॉइंट हो गया। ਇਹਦਾ मतलब BD और DC आपस ਵਿੱਚ ਕੀ ਹੋ ਗਿਆ? इक्वल हो गया। BD is equal to DC, एक साइड आ गई मेरे को, ठीक है। और एंगल B और एंगल C बराबर आ गया, एंगल आ गया और फिर साइड आ गई जो कि गिवन सी AB is equal to AC, ठीक है। सो ਇਹਦੇ ਵਿੱਚ साइड एंगल साइड ਦੇ ਨਾਲ ਦੋਨੋਂ ਹੀ ਟ੍ਰਾਇੰਗਲਸ ਕੀ ਹੋ ਗਿਆ? ਕੌਂਗਰੂਐਂਟ ਹੋ ਗਏ। ਹੁਣ ਜਿਹੜਾ ਐਂਗਲ D ਦੇ ਉੱਪਰ ਤੁਸੀਂ ਦੇਖੋ ਆ ਦੋ ਐਂਗਲਸ ਦਾ ਸਮ ਕਿੰਨਾ ਆ ਰਿਹਾ? 180, ਬਟ ਕਿਉਂਕਿ ਕੌਂਗਰੂਐਂਸੀ ਦੇ ਕਾਰਨ ਇਹ ਦੋਨੋਂ ਐਂਗਲਸ ਹੋ ਗਏ ਸੇਮ। ਸੋ ਐਂਗਲ D ਦੇ ਉੱਪਰ ਜੋ ਦੋ ਐਂਗਲਸ ਬਣ ਰਹੇ ਨੇ, ਐਂਗਲ 3 और 4 ਲੈ ਲਈਏ, ਜੇ ਆਪਾਂ ਇਹਨੂੰ 3 और 4 ਲੈ ਲਈਏ ਤਾਂ ਇਹ ਦੋਨੋਂ ਹੀ आपस ਵਿੱਚ ਬਰਾਬਰ ਹੋਣਗੇ और ਕਿੰਨੇ ਹੋਣਗੇ? 90 डिग्री, क्योंकि ਇਹਦਾ ਸਮ ਕਿੰਨਾ ਬਣ ਰਿਹਾ ਹੈ? 180 डिग्री। ਰੇਖੀ ਜੋੜਾ ਹੈ ਨਾ, ਲੀਨੀਅਰ ਪੇਅਰ ਹੈ, ਠੀਕ ਹੈ। ਹੁਣ ਮੇਰੇ ਕੋਲ ਦੋ ਐਂਗਲਸ ਆ ਗਿਆ ਮੇਰੇ ਕੋਲ 90 डिग्री, ਆ 35 ਪਹਿਲਾਂ ਹੀ ਸੀ। ਅਗਰ 90 + 35 ਕਰਾਂਗੇ ਤਾਂ ਆ ਗਿਆ 125। ਸੋ ਇਹ ਜੋ ਐਂਗਲ ਮੈਂ ਫਾਈਂਡ ਆਊਟ ਕਰਨਾ ਸੀ 180 ਦੇ ਵਿੱਚੋਂ 125 ਨੂੰ ਮਾਈਨਸ ਕਰਾਂਗੇ, ਇਟ ਵਿਲ ਬੀ 55 डिग्री। सो एंगल BAD कितना आ गया? 55। क्वेश्चन नंबर 11 ट्रायंगल ABC ट्रायंगल PQR ਦੇ ਕੌਂਗਰੂਐਂਟ ਹੈ, ਸਰਬੰਗ ਸਮ ਹੈ ਅਤੇ ABC RPQ ਦੇ ਸਰਬੰਗ ਸਮ ਨਹੀਂ ਹੈ, ਠੀਕ ਹੈ। ਤਾਂ ਹੇਠਾਂ ਦਿੱਤਾ ਵਿੱਚੋਂ ਕਿਹੜਾ ਸੱਚ ਨਹੀਂ ਹੈ? ਵਿਚ ਵਨ ਆਫ ਦਿਸ ਇਜ਼ ਰੋਂਗ ਬੇਟਾ। ਕੌਂਗਰੂਐਂਟ ਹੈ ਤਾਂ ਆਪਣੇ ਕੋਲ AB ਕਿਹਦੇ ਬਰਾਬਰ ਆ ਜਾਏਗਾ? PQ ਦੇ, ਠੀਕ ਹੈ। ਆ ਸਾਈਡ ਬਰਾबर होगी। BC किदे बराबर आएगा? QR दे और AC PR दे। AC is equal to PR। ਹੁਣ ਇਹਦੇ ਵਿੱਚੋਂ ਰੋਂਗ ਦੇਖਣਾ ਸੀਗਾ, ਆ ਤਾਂ ਫਿਰ ਰਾਈਟ ਹੀ ਹੈ, ਇਹ ਨਹੀਂ ਹੋ ਸਕਦਾ। AB PQ ਦੇ ਬਰਾਬਰ AB ਰਾਈਟ ਹੈ और BC QR ਦੇ ਬਰਾਬਰ AB ਰਾਈਟ ਹੈ। ਸੋ BC is equal to PQ, this is wrong option, ठीक है। तो अपना आही आंसर बन जाएगा। सो क्वेश्चन नंबर 12 ਵੱਲ ਚੱਲਦੇ ਹਾਂ। ABC ਇੱਕ ਸਮ ਦੋ ਭੁਜੀ ਤ੍ਰਿਭੁਜ ਹੈ ਜਿਸ ਵਿੱਚ AB AC ਦੇ ਬਰਾਬਰ, ਐਂਗਲ B x ਡਿਗਰੀ ਹੈ, ਤਾਂ A ਦਾ ਮੁੱਲ ਪਤਾ ਕਰੋ। See, triangle ABC is an isosceles triangle in which AB is equal to AC, angle B is x degree, then angle A is what? देखो बेटा, अगर isosceles triangle है ਤਾਂ एंगल B और एंगल C दोनों ही x डिग्री दे होंगे, ठीक है। क्यों? बिकॉज इन एन आइसोसेलेस ट्रायंगल द एंगल्स अपोजिट टू द इक्वल साइड्स आर आल्सो इक्वल और ਇਹਦਾ ਵਾਈਸੀ ਵਰਸਾ ਵੀ ਟਰੂ ਹੈ। ਇੱਕ ਸਮਦੋ ਭੁਜੀ ਤ੍ਰਿਕੋਣ ਦੇ ਵਿੱਚ ਬਰਾਬਰ ਭੁਜਾਵਾਂ ਦੇ ਸੰਗਤ ਕੋਣ ਵੀ ਬਰਾਬਰ ਹੁੰਦੇ ਹਨ, ਸਨਮੁਖ ਕੋਣ ਵੀ ਬਰਾਬਰ ਹੁੰਦੇ ਹਨ। ਸੋ ਹੁਣ x plus x plus एंगल A जो फाइंड आउट करना, A दा सम कितना आ जाएगा मेरे को? 180 डिग्री आ जाएगा। सो एंगल A is 180 डिग्री minus 2x। फोर्थ ऑप्शन इज द राइट ऑप्शन। क्वेश्चन नंबर 13 ਵੱਲ ਚੱਲਦੇ हैं। फाइंड द पैरामीटर ऑफ द quadrilateral ABCD as shown if angle CAB is equal to CAD। ਆ ਦੋਨੋਂ ਐਂਗਲਸ ਆਪਾਂ ਨੂੰ ਬਰਾਬਰ ਦੇ ਰੱਖੇ ਨੇ ਐਂਡ ਆਲਸੋ AB is equal to AD, AB और AD भी बराबर दे रखे हैं। ਤਾਂ मैं इस क्वाड्रिलेटरल ਦਾ यानी कि ABCD ਦਾ ਕੀ ਪਤਾ ਕਰਨਾ ਹੈ ਬੇਟਾ?
परिमाप पता करना है। देखो अगर मैं इसनों ट्रायंगल 1 लै लवां, ठीक है, और इनू ट्रायंगल लै लवां 2, तो ये साइड AD इज इक्वल टू AB, तो इत्थे मेरे को भुजा आ गई ना, भुजा साइड। फिर आ गया एंगल 1 2 लै लीए, एंगल 1 एंगल 2, तो कोण भी आ गया, एंगल भी आ गया। हुण नैक्सट की चल रही है, भुजा ही चल रही है। AC इज इक्वल्स टू AC कॉमन है बेटा, सांझी भुजा हैगी है आ वाली, ठीक है, तो ABS हो गया। सो SAS कॉन्ग्रुएंसी दे नाल ट्रायंगल 1 इज कॉन्ग्रुएंट टू ट्रायंगल 2, ठीक है। ਇਹਦਾ मतलब ਜਿਹੜੀ DC ਭੁਜਾ ਹੈਗੀ ਹੈ ਉਹ ਕਿਹਦੇ ਬਰਾਬਰ ਹੋ ਜਾਏਗੀ, BC ਭੁਜਾ ਦੇ ਬਰਾਬਰ, ਔਰ AB ਕਿੰਨੀ ਹੋਗੀ ਮੇਰੇ ਕੋਲ 7 ਸੈਂਟੀਮੀਟਰ। ਸੋ ਸਾਰੀ ਮੈਜਰਮੈਂਟਸ ਆ ਗਈਆਂ, ਆ ਹੋਗੀ 12 ਸੈਂਟੀਮੀਟਰ। ਹੁਣ 12 प्लस 7 प्लस 7 प्लस 12, 12 7 प्लस 7 प्लस 12, 24 प्लस 14, तो कितना आ गया मेरे को 38 सेंटीमीटर आंसर आ गया। फोर्थ ऑप्शन इज द राइट ऑप्शन। क्वेश्चन नंबर 14 वाल चलते। इन फिगर ABCD इज अ क्वाड्रिलेटरल। ABCD एक चतुर्भुज है। AD भुजा, A वाली भुजा जिहड़ी है वो दे रखी है BC भुजा दे बराबर। आ दोनों भुजावां बराबर हो गई, ठीक है। उस तो बाद AB भुजा जिहड़ी है वो DC दे बराबर दे रखी है, यानी कि साइड इज इक्वल टू साइड, दो साइड्स इक्वल ने। और तीसरी तुहानूं कॉमन दिख ही रही ना बेटा, AC दोनों दे विच ही आ रही है। सो SSS दे नाल ये दोनों ट्रायंगल्स आपस विच की ने, कॉन्ग्रुएंट हैगियां ने। हुण एंगल D और एंगल B बराबर दे रखे, इत्थे तां SAS भी लागू हो ही रही है। तां पुछ रहा एंगल CAB किहदे बराबर होवेगा, एंगल C और A उस तो बाद B, तां ए वाला कोण वो पुछ रहा है ये किहदे बराबर होवेगा। एंगल नूं कंप्लीट करी तां बिंदु किहड़ा पावांगे आपां, C पावांगे, सरबंग समता। हुण AB भुजा जिहड़ी है बेटा, AB भुजा वो किहदे बराबर है, CD दे, ते इत्थे की आ जाऊगा AB, तो AB किहदे बराबर होगी, CD दे बराबर होगी, ठीक है। जो थोनू ऑर्डर च भुजावां दे रखियां सी उसी ऑर्डर तुसी ओनू देख के लिख लिया। देखो कोण D कोण B दे बराबर है, तो जिथे D आएगा उत्थे B आवेगा। हुण ये सरबंग समता इस तरीके नाल लिखनी जरूरी है, तां ही आपां कोण दसांगे भी कौन बराबर है। तो इत्थों जिहड़ा कोण A है, ए वाला कोण किहदे बराबर है, कोण C दे बराबर है। सो ACD इत्थों आपां नूं पता लग गया। जब तक तुसीं ऑर्डर नहीं लिखोगे बेटा तां तुहानूं क्लैरिटी नहीं होवेगी। नैक्सट क्वेश्चन वाल चलदे हैं। क्वेश्चन नंबर 15, हेठां लिखिया विचों किहड़ा कथन सही है, विच वन ऑफ दिस इज राइट, करेक्ट स्टेटमेंट किहड़ी है। सारे समदोभुज त्रिकोण सरबंग सम अते समरूप हुंदे हन। ऑल आइसोसेलेस ट्रायंगल्स आर कॉन्ग्रुएंट एंड सिमिलर। कोई जरूरी नहीं है बेटा, आपस दे विच तां आ दो भुजावां तां बराबर हुंदियां ने। आ मेरे कोल एक होर ट्रायंगल हो गया, इहदी आ भुजा बराबर होगी, बट ये आपस विच बराबर ना होण कोई गारंटी नहीं है। सारे चक्कर सरबंग सम अते समरूप हुंदे हन। चक्कर सारे समरूप जरूर हुंदे हन, पर एक छोटा और एक वड्डा हो गया तां कॉन्ग्रुएंट ये ना होए। 6 सेंटीमीटर भुजा वालियां सारियां समभुजी त्रिकोणा सरबंग सम अते समरूप हुंदियां हन। सारे इक्विलेटरल ट्रायंगल्स जिन्हां दी 6 सेंटीमीटर साइड होवे कॉन्ग्रुएंट भी होणगे और सिमिलर भी होणगे। ये ठीक है बेटा। देखो मैं एक इक्विलेटरल ट्रायंगल ड्रॉ कर लवां, इत्थे आपां इक्विलेटरल ट्रायंगल बना लेंगे, ठीक है। आ इहदे नाल दी ही एक होर बना ली, आ बना ली, इहदी भी 6 सेंटीमीटर साइड है, सेंटीमीटर साइड है दी 6 सेंटीमीटर है, आ भी 6 सेंटीमीटर, 6 सेंटीमीटर, 6 सेंटीमीटर, 6 6। हुण साइड्स इक्वल ने और तुहानूं ये पता है कि इक्विलेटरल ट्रायंगल यानी कि समभुजी त्रिकोण दे कोण भी सारे किन्ने डिग्री दे हुंदे ने, 60 60 60 60 60 60 60 60 60। सो ऑल एंगल्स आर इक्वल, ऑल साइड्स आर इक्वल, तो एक ही हो गया अपने कोल कॉन्ग्रुएंट हो गए। सो थर्ड ऑप्शन इज द राइट ऑप्शन। सारे सम दो भुजी समकोण त्रिकोण सरबंग सम हुंदे हन, नहीं ये कोई जरूरी नहीं है। क्वेश्चन नंबर 16 वाल चलते हैं आपां। एंगल PQR ABC विच
ए बी ए सी ਦੇ ਬਰਾਬਰ ਹੈ, ਸੀ ਪੀ ਕੇ ਬਰਾਬਰ, ਬੀ ਕਿਊ ਦੇ ਬਰਾਬਰ ਹੈ, ਤਾਂ ਇਹ ਦੋਵੇਂ ਤਿਕੋਣ ਕੀ ਹੋਣਗੇ ਆਪਸ ਦੇ ਵਿੱਚ। ਦੇਖੋ ਬੇਟਾ ਟ੍ਰਾਇੰਗਲਸ ਡਰਾ ਕਰ ਲੈਣੇ ਚਾਹੀਦੇ ਨੇ ਆਪਾਂ ਨੂੰ। ਆਪਾਂ ਇਹ ਟ੍ਰਾਇੰਗਲ ਡਰਾ ਕਰ ਲੈਂਦੇ ਹਾਂ, ਇੱਕ ਹੋਰ ਟ੍ਰਾਇੰਗਲ ਡਰਾ ਕਰ ਲੈਂਦੇ ਹਾਂ। ਪਰ ए बी ए सी ਦੇ ਬਰਾਬਰ ਹੈ, ਓਕੇ ਆਪਸ ਵਿੱਚ ਬਰਾਬਰ ਹੈ। ਸੀ ਕੋਣ ਜਿਹੜਾ ਹੈ ਉਹ ਪੀ ਦੇ ਬਰਾਬਰ ਹੈ, ਤਾਂ ਪੀ ਨੂੰ ਆਪਾਂ ਇੱਥੇ ਲਿਖ ਲੈਂਦੇ ਹਾਂ। ਬੀ ਕਿਊ ਦੇ ਬਰਾਬਰ ਹੈ, ਇੱਥੇ ਕਿਊ ਲਿਖ ਲੈਂਦੇ ਹਾਂ, ਔਰ ਇਹਦਾ ਮਤਲਬ ਇੱਥੇ ਕੀ ਆ ਜਾਏਗਾ ਆਰ। ਸੋ ਦੋ ਐਂਗਲਸ ਬਰਾਬਰ ਨੇ, ਤਾਂ ਇਹਦਾ ਮਤਲਬ ਤੀਸਰਾ ਐਂਗਲ ਵੀ ਬਰਾਬਰ ਹੀ ਹੋਵੇਗਾ। ਐਂਗਲ ਸਿਮਿਲੈਰਿਟੀ ਯਾਨੀ ਕਿ ਕੋਣ ਸਮਰੂਪਤਾ ਦੇ ਨਾਲ ਦੋਨੋਂ ਤਿਕੋਣਾ ਜਿਹੜੀਆਂ ਹੈ ਉਹ ਸਮਰੂਪ ਹੋ ਗਈਆਂ। ਸੋ ਦੋਨੋਂ अगर सिमिलर ने बेटा ਤਾਂ आर क्यू और पी आर ਇਹ ਵੀ ਆਪਸ ਵਿੱਚ ਕੀ ਹੋਣਗੀਆਂ, ਸੇਮ ਹੋਣਗੀਆਂ, ਇਕੁਅਲ ਹੋਣਗੀਆਂ। ਸੋ ਇਹ ਵੀ ਆਈਸੋਸਲੀਸ ਟ੍ਰਾਇੰਗਲ ਹੋ ਗਈ, ਔਰ ਇਹ ਤਾਂ ਆਈਸੋਸਲੀਸ ਦੇ ਹੀ ਰੱਖੀ ਸੀਗੀ, ਠੀਕ ਹੈ। ਸੋ ਦੋਨੋਂ ਹੀ ਸਮਦੋਭੁਜੀ ਹਨ, ਬਟ ਸਰਬੰਗਸਮ ਨਹੀਂ ਹਨ। ਸਮਦੋਭੁਜੀ ਅਤੇ ਸਰਬੰਗਸਮ ਹਨ, ਬਿਲਕੁਲ ਨਹੀਂ, ठीक है। ਸਰਬੰਗਸਮ ਹਨ ਪਰ ਸਮਦੋਭੁਜੀ ਵੀ, ਇਹ ਵੀ ਗਲਤ ਹੋ ਗਿਆ। ਨਾ ਸਰਬੰਗਸਮ ਨਾ ਹੀ ਸਮਦੋਭੁਜੀ, ਇਹ ਵੀ ਗਲਤ ਹੋ ਗਿਆ। ਸੋ ਪਹਿਲੀ ਗੱਲ ਜੋ ਗਿਵਨ ਕੰਡੀਸ਼ਨ ਸੀਗੀ, ਇਹ ਤਾਂ ਆਈਸੋਸਲੀਸ ਦੇ ਹੀ ਰੱਖੀ ਸੀਗੀ। ਐਂਗਲ ਸਮਰੂਪਤਾ ਦੇ ਨਾਲ ਦੋਨੋਂ ਸਮਰੂਪ ਹੋ ਗਈਆਂ। ਸੋ ਸੈਕਿੰਡ ਵਾਲੀ ਵੀ ਆਪਣੇ ਕੋਲ ਸਮਦੋਭੁਜੀ ਹੋ ਗਈ ਔਰ ਨਾਲ ਸਮਰੂਪ ਵੀ ਹੋ ਗਈਆਂ, ਬਟ ਸਰਬੰਗਸਮ ਨਹੀਂ ਹੋਈਆਂ। ਕੁਐਸਚਨ ਨੰਬਰ 17, ਦੋ ਰੇਖਾਵਾਂ AB ਅਤੇ CD ਇੱਕ ਦੂਜੇ ਨੂੰ ਉਹਦੇ ਉੱਪਰ ਕੱਟਦੀਆਂ ਹਨ। ਔਰ ਇਸ ਤਰ੍ਹਾਂ ਕੱਟਦੀਆਂ ਹਨ ਕਿ BC ਜਿਹੜੀ ਹੈ ਲਾਈਨ ਉਹ AD ਦੇ ਪੈਰਲਲ ਹੈ। BC AD ਦੇ ਬਰਾਬਰ ਵੀ ਹੈ, ਇਹ ਦੋਨੋਂ ਆਪਸ ਵਿੱਚ ਬਰਾਬਰ ਵੀ ਹਨ। ਸਰਬੰਗਸਮਤਾ ਦੇ ਕਿਸ ਮਾਪਦੰਡ ਦੁਆਰਾ ਉਹ ਦੋਵੇਂ ਰੇਖਾਵਾਂ ਖੰਡਾਂ AB ਅਤੇ CD ਦਾ ਮੱਧ ਬਿੰਦੂ ਹੈ। ਇਹ ਮੱਧ ਬਿੰਦੂ ਹੈ, ਬਟ ਕਹਿੰਦਾ ਕਿਹੜਾ ਪ੍ਰਿੰਸੀਪਲ ਲੱਗਦਾ ਹੈ। by which congruency criteria O is the midpoint of both the line segments AB and CD। ਸੋ ਆਪਾਂ ਨੂੰ ਦੋਨੋਂ ਟ੍ਰਾਇੰਗਲਸ ਨੂੰ ਕੋਂਗਰੂਐਂਟ ਪ੍ਰੂਵ ਕਰਨਾ, ਬਟ ਔਰ ਇਹ ਹੈਗੀਆਂ ਵੇ, ਪਰ ਪ੍ਰਿੰਸੀਪਲ ਦੇਖਣਾ ਕਿਹੜਾ ਯੂਜ਼ ਹੋਵੇਗਾ। ਸੋ ਧਿਆਨ ਨਾਲ ਦੇਖੋ ਬੇਟਾ, ਉਹਨੇ ਕਿਹਾ ਹੈ ਕਿ ਦੋ ਲਾਈਨਸ ਜਿਹੜੀਆਂ ਇਹ ਪੈਰਲਲ ਦੇ ਰੱਖੀਆਂ ਨੇ, BC ਐਂਡ AD ਦੇ ਆਰ ਪੈਰਲਲ, ਯਾਨੀ ਕਿ ਆਪਣੇ ਕੋਲ ਉਹ ਸਮਾਂਤਰ ਹਨ। ਸਮਾਂਤਰ ਹਨ ਤਾਂ ਐਂਗਲ C ਐਂਗਲ D ਇੱਕ ਟ੍ਰਾਂਸਵਰਸਲ ਹੋ ਗਈ ਨਾ, CD ट्रांसवर्सल है तो एंगल C और एंगल D आपस में की हो गए बराबर। एंगल B और एंगल ए भी बराबर हो गए। केड़ा प्रिंसिपल लागू हो रहा है, केड़ा रूल लागू हो रहा है बेटा, एकांतर कोण। और उस तो बाद सानू AD और BC ए भी आपस में बराबर दे रखियां। सो ए एंगल एक एंगल और इन्हां दे विचकार वाली अपने कोल एक साइड भी आपस में बराबर आ गई। सो एंगल साइड एंगल ਇਹ ਸਮਰੂਪਤਾ ਲੱਗ ਗਈ। ਕੁਐਸਚਨ ਨੰਬਰ 18, in the given figure ABC and BDC are two isosceles triangles on the same base BC। ਤਾਂ ਆਪਣੇ ਕੋਲ ਦੋ ਟ੍ਰਾਇੰਗਲਸ ਦੇ ਰੱਖੀਆਂ ਨੇ, ਦੋਨੋਂ ਹੀ ਬੇਟਾ ਆਈਸੋਸਲੀਸ ਦੇ ਰੱਖੀਆਂ ਨੇ, ਯਾਨੀ ਕਿ ਸਮਦੋਭੁਜੀ ਦੇ ਰੱਖੀਆਂ ਨੇ, ठीक है। और बेस की है BC सेम है। एंगल BAC 60 गिवन है। एंगल BDC ए 108 दे रखा है। इफ एंगल ABD इज x, ABD ਜਿਹੜਾ ਕੋਣ ਹੈ ਅਗਰ ਇਹ x ਡਿਗਰੀ ਹੋਵੇ ਤਾਂ x ਦਾ ਮੁੱਲ ਕਿੰਨਾ ਹੋਵੇਗਾ ਬੇਟਾ। ਉਹਨੇ ABD ਪੂਰਾ ਦਾ ਪੂਰਾ ਜਿਹੜਾ ਕੋਣ ਹੈ ਉਹ x ਕੋਣ ਪੁੱਛਿਆ ਹੋਇਆ ਹੈ। ਹੁਣ ਅਗਰ ਆਪਾਂ ਟ੍ਰਾਇੰਗਲ ABC ਪਰ ਧਿਆਨ ਦਈਏ ਤਾਂ AB और AC इक्वल ਦੇ ਵਿੱਚ आइसोसेलेस ट्रायंगल है, समਦੋਭੁਜੀ त्रिकोण है। ਤਾਂ ਇਹਦਾ ਮਤਲਬ अगर इनू 1 और 2 देनी है तो एंगल 1 और 2 एंगल बराबर होंगे, क्योंकि अपोजिट एंगल्स टू इक्वल साइड्स, ठीक है। बराबर भुजावां दे सन्मुख कोण बराबर होंदे हन। तो कोण 1 और कोण 2 और ऊपर 60 डिग्री दे रखा है, ये सारा सम कितना हो गया 180। तो 60 डिग्री नूं आपां 180 विचों करांगे माइनस, ठीक है। तो आ जाएगा मेरे को 120 डिग्री और एक कोण 1 और कोण 2 ਦਾ ਜੋੜ ਹੋ ਗਿਆ। ਲੇਕਿਨ ਇਹ ਦੋਨੋਂ ਹੀ ਬਰਾਬਰ ਨੇ ਤਾਂ ਆਪਾਂ ਦੁੱਗਣਾ ਕੋਣ 1 ਲਿਖ ਲੈਂਦੇ 120 ਡਿਗਰੀ, ਤਾਂ ਐਂਗਲ 1 ਕਿੰਨਾ ਆ ਜਾਏਗਾ ਮੇਰੇ ਕੋਲ 60 डिग्री आ जाएगा और वही एंगल 2 आ गया 60 डिग्री। सो ऊपर वाला ਜਿਹੜਾ ਕੋਣ ਹੈ ਇਹ 60 डिग्री हो गया, ठीक है। सिमिलरली नीचे भी आ ਜਿਹੜੇ ਕੋਣ ਨੇ ਇਹ ਆਪਸ ਚ ਬਰਾਬਰ ਨੇ। ਆਪਾਂ 3 4 ਨਾਮ ਦੇ ਦਈਏ ਤਾਂ एंगल 3 प्लस एंगल 4 और 108 ਨੂੰ ਜੋੜੀਏ ਤਾਂ 180 डिग्री ਦੇ ਬਰਾबर हो जाएगा, ठीक है। ਹੁਣ 180 ਵਿੱਚੋਂ ਆਪਾਂ ਇਹਨੂੰ ਕਰਨਾ ਹੈ ਮਾਈਨਸ,
ਤਾਂ 180 ਡਿਗਰੀ ਦੇ ਵਿੱਚੋਂ ਮੈਂ 108 ਨੂੰ ਮਾਈਨਸ ਕਰਾਂ, ਕਿੰਨਾ ਆ ਗਿਆ ਮੇਰੇ ਕੋਲ, ਤਾਂ ਇਹ ਆ ਗਿਆ ਮੇਰੇ ਕੋਲ 72 ਡਿਗਰੀ। ਠੀਕ ਹੈ, ਐਂਗਲ 3 ਪਲਸ ਐਂਗਲ 4 72 ਡਿਗਰੀ ਹੋ ਗਏ। ਡਬਲ ਆਫ ਐਂਗਲ 3 72, ਡਬਲ ਕਿਉਂ ਕੀਤਾ ਬੇਟਾ, 3 ਔਰ 4 ਆਪਸ ਵਿੱਚ ਕੀ ਨੇ, ਬਰਾਬਰ ਨੇ। ਤਾਂ ਐਂਗਲ 3 ਆ ਗਿਆ 72 ਨੂੰ 2 ਨਾਲ ਡਿਵਾਈਡ ਕੀਤਾ 36 ਡਿਗਰੀ। ਹੁਣ ਉਹਨੇ ਪੁੱਛਿਆ ਹੋਇਆ ਹੈ ਆ ਦੋਨੋਂ ਦਾ ਜੋੜ, 1 ਔਰ 3 ਦਾ ਜੋੜ ਪੁੱਛਿਆ ਹੋਇਆ ਹੈ, ਤਾਂ 60 ਪਲਸ 36 ਐਡ ਕਰਾਂਗੇ, ਸੋ ਆਨਸਰ ਕਿੰਨਾ ਆ ਜਾਏਗਾ ਆਪਣੇ ਕੋਲ, 96 ਡਿਗਰੀ। ਥਰਡ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਸੋ ਬੇਟਾ ਇਹ ਤੁਹਾਡੀ ਵਰਕਸ਼ੀਟ ਸੀਗੀ ਕੰਪਲੀਟ, ਔਰ ਮੈਂ ਤੁਹਾਨੂੰ ਫਿਰ ਸਲਾਹ ਦੇਵਾਂਗੀ ਬੇਟੇ ਕਿ ਇਸ ਵਰਕਸ਼ੀਟ ਨੂੰ ਆਪਣੀ ਫੇਅਰ ਕਾਪੀ ਦੇ ਉੱਪਰ ਨੋਟ ਕਰੋ, ਇਹਦੇ ਨੋਟਸ ਬਣਾਓ। ਬਹੁਤ ਹੀ ਜ਼ਿਆਦਾ ਬੇਸਿਕ ਤੁਹਾਡੇ ਪ੍ਰਿੰਸੀਪਲਸ ਜਿਹੜੇ ਹੈ ਉਹ ਉੱਥੋਂ ਕਲੀਅਰ ਹੋ ਰਹੇ ਨੇ। ਅਗਰ ਤੁਸੀਂ ਚੈਨਲ ਪਰ ਅੱਜ ਪਹਿਲੀ ਵਾਰ ਆਏ ਹੋ ਤਾਂ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਇਹਨੂੰ ਸ਼ੇਅਰ ਕਰੋ, ਤੁਸੀਂ ਖੁਦ ਵੀ ਇਹਨੂੰ ਸਬਸਕ੍ਰਾਈਬ ਕਰੋ। ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਮੇਰੇ ਨਾਲ WhatsApp ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਨੰਬਰ ਦੇ ਰੱਖਿਆ। ਤਾਂ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।